ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਅਹੁਦੇ ਤੋਂ ਹਟਾਉਣ ਦੀ ਉੱਠੀ ਮੰਗ, ਦੱਸਾਂਗੇ ਕੀ ਇਹ ਪੂਰਾ ਮਾਮਲਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਾਈਜ਼ਰ ਦੀ ਕੰਪਨੀ ਵਿੱਚ ਕਾਮਿਆਂ ਨੂੰ ਮਿਲਣ ਪਹੁੰਚੇ। ਕੋਵਿਡ-19 ਟੀਕਿਆਂ ਦੇ ਲਈ ਕਿਹਾ ਧੰਨਵਾਦ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦਾ ਬਿਆਨ, ਕਿਹਾ ਕਿ ਉਨ੍ਹਾਂ ਨੇ ਕਦੀ ਨਕਾਬ ਪਾਉਣ ਦੇ ਉੱਤੇ ਬੈਨ ਲਾਉਣ ਨੂੰ ਸਮਰਥਨ ਨਹੀਂ ਦਿੱਤਾ। ਦੱਸਾਂਗੇ ਕੀ ਇਹ ਪੂਰਾ ਮਾਮਲਾ। ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਇਸ ਸਾਲ ਅੰਦਰ 9ਵਾਂ ਕਤਲ, ਹੁਣ ਇੱਕ ਵਿਅਕਤੀ ਦੇ ਮਾਰਿਆ ਗਿਆ ਚਾਕੂ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ। ਦਾਖਲਾ ਦਿਵਾਉਣ ਵਾਲਿਆਂ ਤੋਂ ਨਾ ਲਈ ਜਾਵੇ ਇਮੀਗ੍ਰੇਸ਼ਨ ਦੇ ਕੰਮ ਬਾਰੇ ਸਲਾਹ। ਸਸਕੈਚੁਅਨ ਵਿੱਚ ਵਾਤਾਵਰਣ ਵਿਭਾਗ ਨੇ ਚੱਕਰਵਰਤੀ ਤੂਫਾਨ ਦੇ ਲਈ ਦਿੱਤੀ ਚੇਤਾਵਨੀ। ਟੋਰਾਂਟੋ ਵਿੱਚ ਮਸਜਿਦ ਅੰਦਰ 2 ਜਣਿਆਂ ਨੇ ਜਬਰੀ ਘੁਸਣ ਦੀ ਕੀਤੀ ਕੋਸ਼ਿਸ਼ ਤੇ ਦਿੱਤੀਆਂ ਧਮਕੀਆਂ, ਪੁਲਿਸ ਨੇ ਕੀਤੇ ਗ੍ਰਿਫਤਾਰ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਖਿਰ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਕਿਉਂ ਮੰਗ ਹੁਣ ਚੁੱਕੀ ਜਾ ਰਹੀ ਹੈ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲੀ ਮੰਗ ਉਹਨਾਂ ਨੇ ਇਹ ਰੱਖੀ ਹੈ ਕਿ ਹਰਜੀਤ ਸਿੰਘ ਸੱਜਣ ਆਪਣੇ ਆਪ ਆਪਣਾ ਅਹੁਦਾ ਛੱਡ ਦੇਣ ਤੇ ਅਸਤੀਫਾ ਦੇ ਦੇਣ, ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਹਨਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੀ ਇਹ ਪੂਰਾ ਮਾਮਲਾ। ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦੇਣ। ਦਰਅਸਲ ਉਹਨਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਉਸ ਮੁੱਦੇ ਦੇ ਉੱਤੇ ਜੋ ਫੌਜ ਦੇ ਵਿੱਚ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ, ਜਿਸ ਨੂੰ ਲੈ ਕੇ ਹਰਜੀਤ ਸਿੰਘ ਸੱਜਣ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਮਾਮਲਿਆਂ ਦੇ ਨਾਲ ਨਜਿੱਠਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਨਜਿੱਠਿਆ, ਜਿਸ ਨੂੰ ਲੈ ਕੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਸੰਬੰਧੀ ਬਹਿਸ ਹੋਈ ਤੇ ਕੰਜ਼ਰਵੇਟਿਵ ਲੀਡਰ ਐਰਨ ਓਟੂਲ ਵੱਲੋਂ ਇਲਜ਼ਾਮ ਲਾਏ ਗਏ ਕਿ ਹਰਜੀਤ ਸਿੰਘ ਸੱਜਣ ਨੇ ਆਖਰੀ 6 ਸਾਲ ਦੇ ਵਿੱਚ ਕਈ ਵਾਰ ਇਹਨਾਂ ਮਾਮਲਿਆਂ ਦੇ ਨਾਲ ਸਹੀ ਤਰ੍ਹਾਂ ਨਹੀਂ ਨਜਿੱਠਿਆ। ਜਿਨ੍ਹਾਂ ਕਿਹਾ ਕਿ ਜੋ ਰਿਪੋਰਟ ਸਾਲ 2015 ਵਿੱਚ ਸਾਹਮਣੇ ਆਈ ਸੀ ਉਸ ਦੇ ਆਧਾਰ ਦੇ ਉੱਤੇ ਵੀ ਹਰਜੀਤ ਸਿੰਘ ਸੱਜਣ ਨੇ ਜੋ ਦਿੱਕਤ ਦਰਪੇਸ਼ ਹੋ ਰਹੀ ਸੀ ਉਸ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਪੂਰੀ ਤਰ੍ਹਾਂ ਕਦਮ ਨਹੀਂ ਚੁੱਕੇ। ਇਸੇ ਵਾਸਤੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਹਰਜੀਤ ਸਿੰਘ ਸੱਜਣ ਦੇ ਵੱਲੋਂ ਕੈਨੇਡੀਅਨ ਫੌਜ ਦੀ ਕਦਰ ਕੀਤੀ ਜਾਂਦੀ ਹੈ ਤਾਂ ਉਹ ਆਪਣੇ ਆਪ ਅਸਤੀਫਾ ਦੇ ਦੇਣਗੇ, ਤੇ ਜੇਕਰ ਉਹਨਾਂ ਨੇ ਅਜਿਹਾ ਨਾ ਕੀਤਾ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਤੇ ਉਹਨਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। And with a record as shameful as that, it's no wonder that senior military leaders do not respect their minister. That's right. We can't afford more of the same, Mr. Speaker. The Canadian Armed Forces is literally falling apart before our eyes. When will the Prime Minister fire his incompetent minister? ਤਾਂ ਦੂਜੇ ਪਾਸੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੱਲੋਂ ਇਸ ਦੇ ਉੱਤੇ ਪ੍ਰਤੀਕਰਮ ਦਿੱਤਾ ਗਿਆ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਮਿਲਟਰੀ ਨਾਲ ਸੰਬੰਧਿਤ ਕੰਮ ਦੇ ਵਾਸਤੇ ਉਹ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਦੱਸੀਆਂ ਗਈਆਂ ਗੱਲਾਂ ਦੇ ਮੁਤਾਬਕ ਨਹੀਂ ਕੰਮ ਕਰਨਗੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਮਿਲਟਰੀ ਦੇ ਵਾਸਤੇ ਬਜਟ ਦੇ ਵਿੱਚ ਕਮੀ ਵੀ ਕੀਤੀ ਸੀ। ਜਿਨ੍ਹਾਂ ਕਿਹਾ ਕਿ ਉਹ ਜਾਣਦੇ ਨੇ ਕਿ ਬਹੁਤ ਸਾਰਾ ਕੰਮ ਇਸ ਦੇ ਉੱਤੇ ਕਰਨ ਵਾਲਾ ਹੈ ਕਿ ਫੌਜ ਦੇ ਵਿੱਚ ਵਧੀਆ ਵਾਤਾਵਰਣ ਨੂੰ ਬਣਾਇਆ ਜਾਵੇ ਤੇ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। We will take no lessons from the leader of the oppositions when it comes to looking after the Canadian Armed Forces. Our government, when we put forward our defence policy, increased defence spending by 70% for the Canadian Armed Forces and put people first. We know that we have a lot more work to do to making sure that we create an inclusive environment in the Canadian Armed Forces, and we will get it done. ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਬਹਿਸ ਕੀਤੀ ਗਈ, ਜਿਸ ਦੇ ਉੱਤੇ ਹਰਜੀਤ ਸਿੰਘ ਸੱਜਣ ਦੇ ਵੱਲੋਂ ਆਪਣਾ ਪ੍ਰਤੀਕਰਮ ਵੀ ਦਿੱਤਾ ਗਿਆ। ਇਸ ਦੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੈਲਜੀਅਮ ਦੇ ਵਿੱਚ ਫਾਈਜ਼ਰ ਕੰਪਨੀ ਦੇ ਵਿੱਚ ਜਾ ਕੇ ਕਾਮਿਆਂ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਤੋਂ ਪਹਿਲਾਂ ਤੋਂ ਸ਼ੁਰੂਆਤ ਤੋਂ ਜੋ ਕੈਨੇਡਾ ਦੇ ਵਿੱਚ ਟੀਕੇ ਨੇ ਕੋਵਿਡ-19 ਦੇ ਫਾਈਜ਼ਰ ਦੇ ਉਹ ਆ ਰਹੇ ਸਨ ਤੇ ਕੁਝ ਹੀ ਮਹੀਨਿਆਂ ਤੋਂ ਇਹ ਟੀਕੇ ਹੁਣ ਜੋ ਅਮਰੀਕਾ ਦੇ ਰਾਹੀਂ ਹੋ ਕੇ ਆ ਰਹੇ ਨੇ। ਪਰ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਕਾਮਿਆਂ ਦਾ ਧੰਨਵਾਦ ਕੀਤਾ ਤੇ ਕੈਨੇਡਾ ਵਿੱਚ ਫਾਈਜ਼ਰ ਦੇ ਟੀਕਿਆਂ ਦੀਆਂ ਡੋਜ਼ਸ ਪਹੁੰਚਾਉਣ ਦੇ ਵਾਸਤੇ ਕਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਉਹ ਵੀ ਉਹਨਾਂ ਨੇ ਉੱਥੇ ਦੇਖਿਆ ਤੇ ਗੱਲਬਾਤ ਵੀ ਕੀਤੀ ਤੇ ਇਸ ਦੇ ਨਾਲ ਹੀ ਮਹੱਤਤਾ ਦੇ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਟੀਕਿਆਂ ਨੂੰ ਵੱਖੋ ਵੱਖਰੇ ਹਿੱਸਿਆਂ ਤੱਕ ਇਸ ਸਮੇਂ ਪਹੁੰਚਾਉਣਾ ਤੇ ਲਗਾਤਾਰ ਟੀਕਿਆਂ ਦੀ ਸਪਲਾਈ ਕੋਵਿਡ-19 ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਹਾਇਕ ਹੋ ਰਹੀ ਹੈ, ਜਿਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਾਈਜ਼ਰ ਕੰਪਨੀ 'ਚ ਕੰਮ ਕਰਦੇ ਕਾਮਿਆਂ ਦਾ ਧੰਨਵਾਦ ਕੀਤਾ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਜਿਵੇਂ ਤੁਹਾਨੂੰ ਅਸੀਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਕੰਜ਼ਰਵੇਟਿਵ MP ਟਿਮ ਉੱਪਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਕਿ
ਜਦੋਂ ਉਹਨਾਂ ਦੀ ਪਾਰਟੀ ਦੀ ਸਰਕਾਰ ਸੀ ਤਾਂ ਉਸ ਮੌਕੇ ਉਹਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਉਸ ਦਾ ਵਿਰੋਧ ਨਹੀਂ ਕੀਤਾ ਜੋ ਰਣਨੀਤੀ ਬਣਾਈ ਜਾ ਰਹੀ ਸੀ ਕਿ ਜੋ ਸੱਭਿਆਚਾਰਕ ਨੀਤੀਆਂ ਨਾਲ ਸੰਬੰਧਿਤ ਸੀ ਤੇ ਇਸ ਨੂੰ ਲੈ ਕੇ ਜਦੋਂ ਉਹਨਾਂ ਦੇ ਵੱਲੋਂ ਮੁਆਫੀ ਮੰਗੀ ਗਈ ਹੈ ਤਾਂ ਉਸ ਤੋਂ ਬਾਅਦ ਸਾਬਕਾ ਇਮੀਗ੍ਰੇਸ਼ਨ ਮੰਤਰੀ ਤੇ ਨਾਲ ਹੀ ਇਸ ਸਮੇਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦੇ ਉੱਤੇ ਵੀ ਇਲਜ਼ਾਮ ਲੱਗੇ, ਜਿਸ ਨੂੰ ਲੈ ਕੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਦੇ ਉੱਤੇ ਅੱਜ ਬਿਆਨ ਜਾਰੀ ਕੀਤਾ ਕਿ ਉਹਨਾਂ ਨੇ ਕਦੀ ਵੀ ਨਕਾਬ ਪਾਉਣ ਦੇ ਉੱਤੇ ਬੈਨ ਲਗਾਉਣ ਨੂੰ ਸਮਰਥਨ ਨਹੀਂ ਦਿੱਤਾ ਸੀ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਉਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਸਨ ਕੇਨੀ ਦੇ ਵੱਲੋਂ ਨਕਾਬ ਨੂੰ ਪਾਉਣ ਦੇ ਉੱਤੇ ਰੋਕ ਲਾਉਣ ਦੇ ਵਾਸਤੇ ਮੰਗ ਨੂੰ ਸਮਰਥਨ ਦਿੱਤਾ ਗਿਆ ਸੀ, ਜੋ ਕਿ ਸਾਲ 2011 ਦੇ ਵਿੱਚ ਜਦੋਂ ਕੈਨੇਡਾ ਦੀ ਸਿਟੀਜ਼ਨਸ਼ਿਪ ਸੈਰੇਮਨੀਜ਼ ਹੁੰਦੀਆਂ ਸਨ ਤਾਂ ਉਸ ਮੌਕੇ ਸਹੁੰ ਚੁੱਕਣ ਸਮੇਂ ਔਰਤਾਂ ਨੂੰ ਨਿਕਾਬ ਪਾਉਣ ਤੋਂ ਰੋਕਣ ਦੇ ਵਾਸਤੇ ਕਿਹਾ ਗਿਆ। ਉਸ ਸਮੇਂ ਜੇਸਨ ਕੇਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਨ, ਜਿਸ ਦੇ ਉੱਤੇ ਜੇਸਨ ਕੇਨੀ ਨੇ ਕਿਹਾ ਕਿ ਉਹਨਾਂ ਨੇ ਨਕਾਬ ਪਾਉਣ ਦੇ ਬੈਨ ਨੂੰ ਕਦੇ ਵੀ ਸਮਰਥਨ ਨਹੀਂ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਕਹਿੰਦੇ ਆਏ ਨੇ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਧਾਰਮਿਕ ਆਜ਼ਾਦੀ ਦੀ ਇੱਜ਼ਤ ਕੀਤੀ ਜਾਂਦੀ ਹੈ ਤੇ ਇਸ ਦੀ ਰੱਖਿਆ ਕੀਤੀ ਜਾਂਦੀ ਹੈ ਤੇ ਇਸ ਦੇ ਉੱਤੇ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਇਹ ਤੈਅ ਕਰੇ ਕਿ ਲੋਕ ਕੀ ਪਾਉਣਗੇ, ਜੋ ਕਿ ਕਈ ਯੂਰਪੀਅਨ ਤੇ ਮਿਡਲ ਈਸਟਰਨ ਦੇਸ਼ਾਂ ਦੇ ਵਿੱਚ ਕੀਤਾ ਜਾਂਦਾ ਹੈ ਜਿੱਥੇ ਕਿ ਮੂੰਹ ਢੱਕਣ ਦੇ ਉੱਤੇ ਵੀ ਬੈਨ ਹੈ। ਇਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਉਹਨਾਂ ਦੇ ਵੱਲੋਂ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਦਾ ਸਮਰਥਨ ਦਿੱਤਾ ਗਿਆ, ਸਗੋਂ ਉਹਨਾਂ ਨੇ ਇਸ ਦਾ ਹਮੇਸ਼ਾ ਵਿਰੋਧ ਕੀਤਾ ਹੈ। ਦਰਅਸਲ ਕੰਜ਼ਰਵੇਟਿਵ ਐਮਪੀ ਟਿਮ ਉਪਲ ਦੇ ਵੱਲੋਂ ਤਾਜ਼ਾ ਹੀ ਇੱਕ ਮੁਆਫੀ ਮੰਗੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਗੱਲ ਤੇ ਮੁਆਫੀ ਮੰਗੀ ਗਈ ਕਿ ਹਾਰਪਰ ਦੀ ਸਰਕਾਰ ਸੀ ਜਦੋਂ ਤਾਂ ਉਸ ਮੌਕੇ ਨਿਕਾਬ ਨੂੰ ਬੈਨ ਕੀਤੇ ਜਾਣ ਦੇ ਉੱਤੇ ਕਦਮ ਚੁੱਕੇ ਜਾਣ ਦੇ ਵਾਸਤੇ ਜੋ ਸਮਰਥਨ ਦਿੱਤਾ ਗਿਆ ਉਸ ਦਾ ਉਹਨਾਂ ਨੇ ਵਿਰੋਧ ਨਹੀਂ ਸੀ ਕੀਤਾ। ਹੁਣ ਖਬਰ ਲੰਡਨ ਤੋਂ, ਜਿੱਥੇ ਕਿ ਮੁਸਲਿਮ ਪਰਿਵਾਰ ਦੇ ਉੱਤੇ ਹਮਲਾ ਹੋਇਆ। ਇੱਕੋ ਪਰਿਵਾਰ ਦੇ 4 ਜੀ ਦਮ ਤੋੜ ਗਏ ਤਾਂ 9 ਸਾਲ ਦਾ ਬੱਚਾ ਬਚਿਆ, ਜਿਸ ਨੂੰ ਕਿ ਹਸਪਤਾਲ ਤੋਂ ਹੁਣ ਛੁੱਟੀ ਵੀ ਮਿਲ ਗਈ ਹੈ, ਜਿਸ ਦੇ ਵਾਸਤੇ ਗੋਫੰਡਮੀ ਦੇ ਉੱਤੇ ਫੰਡ ਵੀ ਇਕੱਠਾ ਕੀਤਾ ਗਿਆ। ਇਸ ਦੇ ਨਾਲ ਹੀ ਭਾਈਚਾਰੇ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਲੰਡਨ ਦੀ ਸਿਟੀ ਕੌਂਸਲ ਦੇ ਵੱਲੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ ਹੈ। ਦਰਅਸਲ ਇਸਲਾਮੋਫੋਬੀਆ ਦੇ ਖਿਲਾਫ ਕਦਮ ਚੁੱਕੇ ਜਾਣਗੇ ਕਿ ਇਸਲਾਮੋਫੋਬੀਆ ਨੂੰ ਕਿਵੇਂ ਹਟਾਇਆ ਜਾਵੇ ਤੇ ਇਸ ਦੇ ਉੱਤੇ ਕੰਮ ਕੀਤਾ ਜਾਵੇ। ਇਹ ਮਤਾ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਪਾਸ ਵੀ ਕਰ ਦਿੱਤਾ ਗਿਆ, ਜੋ ਕਿ ਇਸੇ ਦੇ ਉੱਤੇ ਆਧਾਰਿਤ ਸੀ ਜੋ ਮੁਸਲਿਮ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਉਸ ਸ਼ਹਿਰ ਦੇ ਵਿੱਚ ਤੇ ਉਹਨਾਂ ਦੀਆਂ ਜਾਨਾਂ ਗਈਆਂ, ਜਿਸ ਤੋਂ ਬਾਅਦ ਇਸ ਸੰਬੰਧੀ ਸੰਮੇਲਨ ਕਰਵਾਉਣ ਦੀ ਵੀ ਵੱਡੇ ਪੱਧਰ ਦੇ ਉੱਤੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਮੰਗ ਉੱਠ ਰਹੀ ਹੈ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਹੁਣ ਅਗਲੀ ਖਬਰ ਹੈ ਆਟਵਾ ਤੋਂ, ਜਿੱਥੇ ਕਿ ਸਾਲ 2021 ਦੇ ਵਿੱਚ 9ਵਾਂ ਕਤਲ ਹੋ ਚੁੱਕਿਆ ਹੈ। ਆਟਵਾ ਤੋਂ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੇ ਚਾਕੂ ਮਾਰਿਆ ਗਿਆ ਹੈ। ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੰਗਲਵਾਰ ਦੀ ਸ਼ਾਮ ਨੂੰ 7 ਵਜੇ ਦੇ ਕਰੀਬ ਇਹ ਮਾਮਲਾ ਸਾਹਮਣੇ ਆਇਆ। ਦਰਅਸਲ ਐਲਗੋਨਕੁਇਨ ਕਾਲਜ ਹੈ ਜਿਸ ਦੇ ਨੇੜੇ ਚਾਕੂ ਮਾਰਨ ਦਾ ਇਹ ਮਾਮਲਾ ਵਾਪਰਿਆ ਹੈ। ਪੁਲਿਸ ਦਾ ਕਹਿਣਾ ਹੈ ਹੁਣ ਤੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਤੇ ਇਸ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹਨਾਂ ਦੇ ਵੱਲੋਂ ਕੋਈ ਹੋਰ ਅਪਡੇਟ ਇਸ ਦੇ ਉੱਤੇ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸਾਂਗੇ, ਪਰ ਹੁਣ ਤੱਕ ਇਹ ਜਾਣਕਾਰੀ ਜ਼ਰੂਰ ਹੈ ਕਿ ਆਟਵਾ ਦੇ ਵਿੱਚ ਇਸ ਸਾਲ ਦੇ ਅੰਦਰ ਇਹ 9ਵਾਂ ਕਤਲ ਹੋ ਚੁੱਕਿਆ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਚੇਤਾਵਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਰਿਕਰੂਟਰ ਨੇ, ਯਾਨੀ ਕਿ ਉਹਨਾਂ ਦਾ ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਵਿੱਚ ਦਾਖਲਾ ਕਰਵਾਉਣ 'ਚ ਮਦਦ ਕਰਦੇ ਨੇ ਉਹਨਾਂ ਤੋਂ ਇਮੀਗ੍ਰੇਸ਼ਨ ਦੇ ਕੰਮ ਸੰਬੰਧੀ ਸਲਾਹ ਨਾ ਲਈ ਜਾਵੇ, ਜਿਸ ਦੇ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਹਾ ਗਿਆ ਕਿ ਜਿਹੜੇ ICCRC ਦੇ ਮੈਂਬਰ ਨੇ ਜਿਨ੍ਹਾਂ ਦੇ ਬਾਰੇ ਜਾਣਕਾਰੀ ਆਨਲਾਈਨ ਲਈ ਜਾ ਸਕਦੀ ਹੈ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ, ਉਹ ਹੀ ਜੋ ਸਲਾਹ ਹੈ ਤੁਹਾਨੂੰ ਉਹ ਦੇ ਸਕਦੇ ਨੇ ਇਮੀਗ੍ਰੇਸ਼ਨ ਦੇ ਕੰਮ ਦੇ ਬਾਰੇ। ਤੇ ਜੇਕਰ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੇ ਕੰਮ ਦੇ ਬਾਰੇ ਸਲਾਹ ਦੇ ਰਿਹਾ ਹੈ ਤਾਂ ਉਸ ਦੇ ਬਾਰੇ ਇਹ ਜ਼ਰੂਰ ਇੱਕ ਵਾਰ ਪੁਸ਼ਟੀ ਕੀਤੀ ਜਾਵੇ ਕਿ ਉਸ ਨੂੰ ਹੱਕ ਹੈ ਉਹ ਸਲਾਹ ਦੇਣ ਦਾ, ਜਿਸ ਦੀ ਕਿ ਪੁਸ਼ਟੀ ਕੁਝ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਤੁਸੀਂ canada.ca ਜੋ ਉਹਨਾਂ ਦੀ ਵੈਬਸਾਈਟ ਹੈ ਕੈਨੇਡਾ ਸਰਕਾਰ ਦੀ, ਉੱਥੇ ਜਾ ਕੇ ਅੱਗੇ ਇਮੀਗ੍ਰੇਸ਼ਨ ਦੇ ਕੰਮ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੇ ਜਿੱਥੇ ਦੇਖ ਸਕਦੇ ਹੋ ਕਿ ਉਹ ਵਿਅਕਤੀ ICCRC ਦਾ ਮੈਂਬਰ ਹੈ ਜਾਂ ਨਹੀਂ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਸਸਕੈਚੁਅਨ ਦੇ ਕੁਝ ਹਿੱਸਿਆਂ ਦੇ ਵਾਸਤੇ ਵਾਤਾਵਰਣ ਵਿਭਾਗ ਨੇ ਚੱਕਰਵਾਤੀ ਤੂਫਾਨ ਦੀ ਚੇਤਾਵਨੀ ਦਿੱਤੀ ਹੈ, ਜਿਨ੍ਹਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਹੁਣ ਅਸੀਂ ਦੱਸਾਂਗੇ। ਸਸਕੈਚੁਅਨ ਦੇ ਕੁਝ ਹਿੱਸਿਆਂ ਦੇ ਵਾਸਤੇ ਵਾਤਾਵਰਣ ਵਿਭਾਗ ਦੇ ਵੱਲੋਂ ਚੱਕਰਵਾਤੀ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਚੱਕਰਵਾਤੀ ਤੂਫਾਨ ਕਈ ਥਾਵਾਂ ਦੇ ਉੱਤੇ ਦੇਖਿਆ ਵੀ ਗਿਆ ਹੈ। ਇਸ ਦੌਰਾਨ ਮੰਗਲਵਾਰ ਨੂੰ ਸ਼ਾਮ ਦੇ 5:40 ਦੇ ਕਰੀਬ ਦਾ ਸਮਾਂ ਸੀ ਜਦੋਂ ਵਾਤਾਵਰਣ ਵਿਭਾਗ ਦੇ ਵੱਲੋਂ
ਚੇਤਾਵਨੀ ਦਿੱਤੀ ਗਈ ਕਿ ਚੱਕਰਵਰਤੀ ਤੂਫਾਨ ਕਈ ਥਾਵਾਂ ਦੇ ਉੱਤੇ ਦੇਖਿਆ ਗਿਆ ਹੈ ਤੇ ਇਹ ਵੱਧ ਵੀ ਸਕਦਾ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪੋ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਇਸ ਦੇ ਨਾਲ ਹੀ ਕਈ ਲੋਕਾਂ ਦੇ ਵੱਲੋਂ ਸਸਕੈਚਵਨ ਤੋਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਚੱਕਰਵਰਤੀ ਤੂਫਾਨ ਦੀਆਂ ਇਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਦ ਬੈਟਲਫੋਰਡਸ ਤੇ ਰੋਜ਼ਟਾਊਨ ਤੇ ਹੋਰ ਕਈ ਥਾਵਾਂ ਦੇ ਵਾਸਤੇ ਭਾਈਚਾਰਿਆਂ ਨੂੰ ਇਸ ਤੂਫਾਨ ਦੇ ਬਾਰੇ ਵਾਤਾਵਰਣ ਵਿਭਾਗ ਨੇ ਚੇਤਾਵਨੀ ਦਿੱਤੀ। ਜੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਰੋਜ਼ਟਾਊਨ ਦੇ ਨੇੜੇ ਦੀ ਹੈ, ਜੋ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ। ਵਾਤਾਵਰਣ ਵਿਭਾਗ ਨੇ ਜਦੋਂ ਇਹ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਜੋ ਇਹ ਚੱਕਰਵਰਤੀ ਤੂਫਾਨ ਹੈ, ਇਸ ਦੀ ਰਫ਼ਤਾਰ 20 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੀ ਦਰਜ ਕੀਤੀ ਗਈ ਹੈ। ਅਗਲੀ ਖਬਰ ਟੋਰਾਂਟੋ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮਸਜਿਦ ਦੇ ਵਿੱਚ ਦੋ ਵਿਅਕਤੀਆਂ ਦੇ ਵੱਲੋਂ ਜਬਰੀ ਘੁਸਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਵਿੱਚ ਇੱਕ ਪੁਰਸ਼ ਤੇ ਇੱਕ ਔਰਤ ਸ਼ਾਮਲ ਸਨ, ਜਿਨ੍ਹਾਂ ਨੇ ਇਸ ਮੌਕੇ ਧਮਕੀਆਂ ਵੀ ਦਿੱਤੀਆਂ, ਜਿਨ੍ਹਾਂ ਦੇ ਵੱਲੋਂ ਧਮਾਕਾ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ। ਟੋਰਾਂਟੋ ਤੋਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਮਸਜਿਦ ਵਿੱਚ ਉੱਥੇ ਕੰਮ ਕਰਦੇ ਸਟਾਫ ਨੂੰ ਦੋ ਵਿਅਕਤੀਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਤੇ ਮਸਜਿਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੋ ਗ੍ਰਿਫਤਾਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਸਵੇਰੇ 11:50 ਦੇ ਕਰੀਬ ਦਾ ਸਮਾਂ ਸੀ, ਜਦੋਂ ਇਸਲਾਮਿਕ ਇੰਸਟੀਚਿਊਟ ਆਫ ਟੋਰਾਂਟੋ ਜੋ ਕਿ 1630 ਨਿਲਸਨ ਰੋਡ ਦੇ ਉੱਤੇ ਮੌਜੂਦ ਹੈ, ਉੱਥੇ ਉਹਨਾਂ ਨੂੰ ਬੁਲਾਇਆ ਗਿਆ, ਜਿੱਥੇ ਕਿ ਇੱਕ ਪੁਰਸ਼ ਤੇ ਇੱਕ ਔਰਤ ਜਬਰੀ ਇਮਾਰਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ। ਮੌਕੇ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ। ਪੁਲਿਸ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਜਾਂ ਕੁਝ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨਹੀਂ ਪਾਈ ਗਈ, ਪਰ ਫਿਲਹਾਲ ਉਹਨਾਂ ਦੇ ਉੱਤੇ ਮਾਮਲੇ ਦਰਜ ਹੋਣਗੇ ਜਾਂ ਨਹੀਂ, ਇਸ ਦੇ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਹੈ। ਤੇ ਨਾਲ ਹੀ ਪੁਲਿਸ ਦਾ ਮੰਨਣਾ ਹੈ ਕਿ ਜਿਸ ਸਮੇਂ ਪੁਰਸ਼ ਤੇ ਔਰਤ ਮਸਜਿਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਧਮਕੀਆਂ ਦੇ ਰਹੇ ਸਨ, ਉਸ ਤੋਂ ਬਾਅਦ ਜਾਂਚ ਕੀਤੀ ਗਈ ਹੈ ਤਾਂ ਇਹ ਵੀ ਪਾਇਆ ਗਿਆ ਹੈ ਕਿ ਉਹਨਾਂ ਨੇ ਨਸ਼ੇ ਕੀਤੇ ਹੋਏ ਸੀ। ਜਿਸ ਮੌਕੇ ਉਹਨਾਂ ਨੇ ਮਸਜਿਦ ਦੇ ਵਿੱਚ ਧਮਕੀਆਂ ਦਿੱਤੀਆਂ, ਉਹਨਾਂ ਦੇ ਵੱਲੋਂ ਉੱਥੇ ਧਮਾਕਾ ਕੀਤੇ ਜਾਣ ਦੇ ਬਾਰੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਜਿਨ੍ਹਾਂ ਨੇ ਦਰਵਾਜ਼ੇ ਦੇ ਉੱਤੇ ਲੱਤਾਂ ਵੀ ਮਾਰੀਆਂ ਤੇ ਮਸਜਿਦ ਦੇ ਵਿੱਚ ਜਬਰੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਮਾਮਲੇ ਦਰਜ ਹੋਣਗੇ ਜਾਂ ਨਹੀਂ, ਇਸ ਦੇ ਬਾਰੇ ਹਜੇ ਉਹਨਾਂ ਨੇ ਕੁਝ ਨਹੀਂ ਦੱਸਿਆ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਦਰਅਸਲ ਵਿਸਾਗਾ ਬੀਚ ਦੇ ਉੱਤੇ ਖੜ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਉਹਨਾਂ ਦੇ ਵਾਸਤੇ ਜੋ ਛੁੱਟੀਆਂ ਦਾ ਆਨੰਦ ਮਾਣਨ ਆਉਂਦੇ ਨੇ, ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦੌਰਾਨ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਬੀਚ ਦੇ ਉੱਤੇ ਆਉਂਦੇ ਨੇ ਤੇ ਉਹ ਪਾਣੀ ਦੇ ਵਿੱਚ ਜਾਂਦੇ ਨੇ, ਪਰ ਇਸ ਮੌਕੇ ਜੋ ਖਾਸ ਤੌਰ ਦੇ ਉੱਤੇ ਗਰਮੀਆਂ ਵਿੱਚ ਕਈ ਮੌਤਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ। ਜੋ ਪਿਛਲੇ ਸ਼ਨੀਵਾਰ ਨੂੰ ਵਾਪਰਿਆ ਗੁਰਪ੍ਰੀਤ ਸਿੰਘ ਗਿੱਲ, ਜੋ ਕਿ ਇੰਟਰਨੈਸ਼ਨਲ ਵਿਦਿਆਰਥੀ ਸੀ, ਉਸ ਦੀ ਪਛਾਣ ਤਾਂ ਨਹੀਂ ਉਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸੀ, ਪਰ ਉਸ ਮਾਮਲੇ ਦਾ ਜ਼ਿਕਰ ਜ਼ਰੂਰ ਕੀਤਾ ਕਿ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਕਿ ਕਾਫੀ ਦੁਖਦਾਈ ਹੁੰਦੇ ਨੇ, ਜਿਸ ਦੇ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ, ਪਾਣੀ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਨਾ ਜਾਇਆ ਜਾਵੇ। ਇਸ ਦੇ ਨਾਲ ਹੀ ਜੇਕਰ ਤੁਸੀਂ ਬੀਚ ਦੇ ਉੱਤੇ ਆਉਂਦੇ ਹੋ ਤਾਂ ਲਾਈਫ ਜੈਕਟ ਹੈ ਜੋ ਉਹ ਜ਼ਰੂਰ ਪਾਈ ਜਾਵੇ, ਜਿਸ ਨੂੰ ਪਾਉਣ ਦੇ ਵਿੱਚ ਕੋਈ ਸ਼ਰਮ ਨਾ ਮੰਨੀ ਜਾਵੇ। ਪੁਲਿਸ ਅਧਿਕਾਰੀ ਨੇ ਇਸ ਮੌਕੇ ਆਪ ਵੀ ਲਾਈਫ ਜੈਕਟ ਪਾਈ ਹੋਈ ਸੀ ਜਦੋਂ ਇਹ ਜਾਣਕਾਰੀ ਉਹਨਾਂ ਨੇ ਦਿੱਤੀ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਨੂੰ ਪਾਉਣ ਦੇ ਵਿੱਚ ਕੋਈ ਸ਼ਰਮ ਮੰਨੀ ਜਾਣੀ ਨਹੀਂ ਚਾਹੀਦੀ, ਕਿਉਂਕਿ ਜ਼ਿੰਦਗੀ ਆਪਣੀ ਬਚਾਉਣ ਦੇ ਵਾਸਤੇ ਆਪਣੀ ਸੁਰੱਖਿਆ ਤੋਂ ਉੱਪਰ ਕੁਝ ਵੀ ਨਹੀਂ ਹੈ, ਤੇ ਆਪਣੇ ਆਪ ਦੀ ਸੁਰੱਖਿਆ ਦੇ ਵਾਸਤੇ ਅਜਿਹਾ ਨਾ ਕੀਤਾ ਜਾਵੇ ਕਿ ਤੁਸੀਂ ਲਾਪਰਵਾਹੀ ਵਰਤ ਰਹੇ ਹੋ ਤੇ ਪਾਣੀ ਦੇ ਵਿੱਚ ਜਾਣ ਦੇ ਨਾਲ ਜਾਨ ਵੀ ਜਾ ਸਕਦੀ ਹੈ, ਜਿਸ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਗਿਆ ਹੈ। Hi, I'm Sergeant Kerry Schmidt. I'm here in beautiful Wasaga Beach, and I'm joined by Acting Inspector Andy Tate from Huronia West, who polices Wasaga Beach. And I know this is a very popular destination for GTA residents to come up here for the weekend, for the day, to enjoy the water, to enjoy the sand. But as you can see the waves behind me right now, the weather can be unpredictable and it can be tragic. What happened on Saturday? That's correct, Kerry, absolutely. And you know what? We do get a lot of calls for service in the summertime. Just with the wind, the changing weather dynamics, conditions, lots of reports of floaties out, washed out and floating out. And a lot of people called in initially thinking that it could be some sort of emergency. Unfortunately, it was the worst case scenario this past Saturday. Again, very tragic. Friends reported noticing that one of their friends was not on the floaty that had drifted out. Search and rescue was conducted, and again our helicopter did locate the male several hundred meters out from shore, transported to local hospital, but again tragic
was pronounced at hospital. Yeah, we see this far too often. Wear a life jacket. There's no shame in wearing something that could save your life. I'm wearing an inflatable life jacket that you would use on a boat. Wear a PFD if you're going to be out in the water here. If you get a land breeze that pushes you out, it can be very difficult to return. Swim with a buddy, wear a life jacket, stay close to shore. We want you to have a great time. A lot of people come up here every weekend for exactly this, to enjoy nature, but we want you all to be able to go home at the end of the weekend saying you had a great time and not having to call OPP to say that one of your friends is missing. So please be careful, be safe, and think before you sink. ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।